तू ही 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 वाहेगुरु तू ही तू ही वाहेगुरु तू ही 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 वाहेगुरु 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 वाहे ਅੱਜ ਦਾਸ ਗੁਰਦਾਸ ਸਿੰਘ ਆਪ ਜੀ ਲਈ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸੰਗਤ ਟੀਵੀ ਦੇ ਸਟੂਡੀਓ ਪੈਰਿਸ ਵਿੱਚੋਂ ਇਹ ਪ੍ਰੋਗਰਾਮ ਆਪ ਜੀ ਲਈ ਦਿੱਤਾ ਜਾਂਦਾ ਹੈ। ਮੇਰੇ ਨਾਲ ਇਸ ਪ੍ਰੋਗਰਾਮ ਵਿੱਚ ਤ੍ਰਿਵੇਦੀ ਜੀ ਯੂਕੇ ਤੋਂ ਸਪੈਸ਼ਲ ਤੌਰ ਤੇ ਹਾਜ਼ਰ ਹਨ, ਜਿਨ੍ਹਾਂ ਨੇ ਸਮੇਂ-ਸਮੇਂ ਯੂਰਪ ਦੇ ਤਕਰੀਬਨ ਸਾਰੇ ਗੁਰੂ ਘਰਾਂ ਦੇ ਵਿੱਚ ਕਥਾ ਦੇ ਥਰੂ ਗੁਰਬਾਣੀ ਦਾ ਪ੍ਰਚਾਰ ਕੀਤਾ ਹੈ, ਗੁਰੂ ਦੀ ਗੱਲ ਕੀਤੀ ਹੈ, ਸ਼ਬਦ ਗੁਰੂ ਦੀ ਗੱਲ ਕੀਤੀ ਹੈ। ਪਿਛਲੇ ਐਪੀਸੋਡ ਵਿੱਚ ਅਸੀਂ ਆਪ ਜੀ ਨਾਲ ਵਿਚਾਰਾਂ ਕੀਤੀਆਂ ਸਨ ਕਿ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਇੱਕ ਇਨਸਾਨ ਨੂੰ ਐਸਾ ਦਰਜਾ ਦਿੱਤਾ ਗਿਆ ਹੈ ਕਿ ਉਹ ਦੁਨੀਆ ਦੇ ਵਿੱਚ ਜਿੰਨੀਆਂ ਵੀ 84 ਲੱਖ ਜੀਵ ਹਨ ਉਹਨਾਂ 'ਤੇ ਆਪਣੀ ਸਰਦਾਰੀ ਕਰ ਸਕਦਾ ਹੈ। ਪਰ ਬਹੁਤ ਵਾਰੀ ਅਸੀਂ ਆਪਣੇ ਜੀਵਨ ਵਿੱਚ ਐਸਾ ਦੇਖਿਆ ਹੈ ਕਿ ਜਿਹਨੂੰ ਦੁਨੀਆ ਦੀ ਸਰਦਾਰੀ ਦਿੱਤੀ ਸੀ, ਕਈ ਵਾਰੀ ਉਹਦੇ ਲਈ ਐਸੇ ਲਫ਼ਾਜ਼ ਵੀ ਵਰਤਣ ਦੀ ਲੋੜ ਪੈਂਦੀ ਆ ਕਿ ਤੂੰ ਤਾਂ ਉਹ ਤੋਂ ਵੀ ਗਿਰ ਗਿਆ, ਤੂੰ ਤਾਂ ਫਲਾਣੇ ਤੋਂ ਵੀ ਗਿਰ ਗਿਆ, ਤੂੰ ਤਾਂ ਫਲਾਣੇ ਤੋਂ ਵੀ ਗਿਰ ਗਿਆ। ਉਹ ਗਿਰ ਇਸ ਕਰਕੇ ਗਿਆ ਕਿ ਸ਼ਾਇਦ ਉਹ ਪਹਿਚਾਣ ਹੀ ਨਹੀਂ ਕਰ ਸਕਿਆ ਕਿ ਉਹ ਕੌਣ ਹੈ। ਅਸੀਂ ਆਪਣੇ ਜੀਵਨ ਵਿੱਚ ਇਹ ਤਾਂ ਸਮਝ ਲਿਆ ਕਿ ਅਸੀਂ ਇਨਸਾਨ ਆ, ਪਰ ਇਨਸਾਨ ਹੁੰਦਾ ਕੀ ਆ, ਇਨਸਾਨ ਦੇ ਫਰਜ਼ ਕੀ ਆ, ਇਨਸਾਨੀਅਤ ਕਹਿੰਦੇ ਕਿਹਨੂੰ ਆ, ਉਹ ਸਮਝਣ ਤੋਂ ਅਸੀਂ ਬਹੁਤ ਵਾਰੀ ਵਾਂਝੇ ਰਹਿ ਜਾਂਦੇ ਹਾਂ, ਜਿਸ ਕਰਕੇ ਅਸੀਂ ਆਪਣਾ ਜੀਵਨ ਦਾ ਜਿਹੜਾ ਅਸਲੀ ਮਨੋਰਥ ਹੈਗਾ ਉਹ ਤੋਂ ਦੂਰ ਚਲ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਅਤੇ ਜਦੋਂ ਸਾਨੂੰ ਪਤਾ ਲੱਗਦਾ ਤਾਂ ਉਦੋਂ ਟੂ ਲੇਟ ਹੋ ਗਿਆ ਹੁੰਦਾ। ਅਤੇ ਬਹੁਤ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਹਜੇ ਬੜਾ ਸਮਾਂ ਪਿਆ ਆ, ਕੋਈ ਨਹੀਂ, ਰੱਬ ਦਾ ਨਾਂ ਲੈ ਲਵਾਂਗੇ, ਹਾਂ ਤਾਂ ਖਾਣ ਪੀਣ ਦੀ ਉਮਰ ਆ। ਅਤੇ ਸਾਡੇ ਜਿਹੜੇ ਬਜ਼ੁਰਗ ਵੀ ਆ ਉਹ ਵੀ ਕਈ ਵਾਰੀ ਇੱਦਾਂ ਕਹਿੰਦੇ ਆ, ਕੋਈ ਨਹੀਂ, ਨਿਆਣਾ ਆ, ਖਾਣ ਪੀਣ ਦੀ ਉਮਰ ਆ, ਖਾ ਪੀ ਲੈ, ਜਾਂ ਜਿਹੜੀ ਅੰਮ੍ਰਿਤ ਆ ਅਸੀਂ ਬਾਅਦ 'ਚ ਛਕ ਲਵਾਂਗੇ। ਪਰ ਪਤਾ ਨਹੀਂ ਗਾ ਵੀ ਜਿਹੜੀ ਸਵਾਸਾਂ ਦੀ ਪੂੰਜੀ ਮਿਲੀ ਆ ਉਹ ਕਿੰਨੀ ਆ ਅਤੇ ਕਦੋਂ ਖਤਮ ਹੋ ਜਾਣੀ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ, ਇਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ। ਪਰ ਉਹ ਜਿਹੜੇ ਸਵਾਸਾਂ ਦੀ ਪੂੰਜੀ ਆ ਉਹ ਅਸੀਂ ਕਈ ਵਾਰੀ ਕਰੋੜਾਂ ਅਰਬਾਂ ਖਰਬਾਂ ਰੁਪਈਏ ਖਰਚ ਕੇ ਵੀ ਨਹੀਂ ਲੈ ਸਕਦੇ, ਪਰ ਅਸੀਂ ਕੌਡੀਆਂ ਦੇ ਭਾਅ ਨੂੰ ਗਵਾ ਦਿੰਦੇ ਹਾਂ। ਪਤਾ ਹੈ ਨਹੀਂ ਸਾਨੂੰ ਕਿੰਨੀਆਂ ਹੋਰ ਸਾਡੇ ਕੋਲ ਰਹਿ ਗਏ। ਇਹਦੇ 'ਚ ਦਾਸ ਨੇ ਆਪ ਜੀ ਨਾਲ ਬੜੀਆਂ ਕਈ ਵਾਰੀ ਵਿਚਾਰਾਂ ਕੀਤੀਆਂ ਇਸ ਵਿਸ਼ੇ ਦੇ ਉੱਤੇ, ਕਿਉਂਕਿ ਗੱਲ ਤਾਂ ਮੁੱਕਦੀ ਉੱਥੇ ਹੀ ਆ ਕਿ ਉਹ ਪਰਮਾਤਮਾ ਆ, ਸਾਡੇ ਕੋਲ ਆਤਮਾ, ਅਸੀਂ ਉਹਦੇ ਵਿੱਚ ਭੇਦ ਹੋਣਾ। ਗੱਲ ਤਾਂ ਸਿਰਫ ਇੰਨੀ ਆ, ਪਰ ਉਹਦੇ ਰਸਤੇ ਦੇ ਵਿੱਚ ਕਿਹੜੀ ਮੁਸ਼ਕਲਾਂ ਆਉਂਦੀਆਂ ਅਤੇ ਕਿਹੜੇ ਤਰੀਕੇ ਨਾਲ ਅਸੀਂ ਉਹਦੇ ਵਿੱਚ ਭੇਦ ਹੋ ਸਕਦੇ ਹਾਂ, ਇਹ ਇੱਕ ਗੁੰਝਲਦਾਰ ਆ। ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤ੍ਰਿਵੇਦੀ ਜੀ ਦੇ ਨਾਲ ਵਿਚਾਰਾਂ ਕਰਕੇ। ਭਾਈ ਸਾਹਿਬ ਜੀ, ਇਸ ਵਿਸ਼ੇ 'ਤੇ ਕਿਉਂਕਿ ਬਹੁਤ ਡੂੰਘਾ ਆ ਔਰ ਬੜਾ ਸਮਾਂ ਵੀ ਮੰਗਦਾ ਆ, ਪਰ ਜੇ ਗੱਲ ਮੁੱਕ ਜਾਵੇ, ਜੇ ਗੱਲ ਸਮਝ ਵਿੱਚ ਆ ਜਾਵੇ ਤਾਂ ਚੁਟਕੀ 'ਚ ਵੀ ਹੋ ਸਕਦੀ ਆ, ਸਮਝਣ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਬਹੁਤ ਸਿਆਣੇ ਬੁੱਧੀਮਾਨ ਜੀਵ ਹੁੰਦੇ ਹੋਏ ਉਸ ਗੱਲ ਨੂੰ ਪੂਰੀ ਨੂੰ ਨਹੀਂ ਸਮਝ ਰਹੇ, ਨਹੀਂ ਸਮਝ ਆ ਰਹੀ ਸਾਡੇ। ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵਿਸ਼ੇ ਦੇ ਉੱਤੇ? ਸਭ ਤੋਂ ਪਹਿਲਾਂ ਮੈਂ ਇਹੋ ਹੀ ਬੇਨਤੀ, ਜਿਵੇਂ ਪਿਛਲੇ ਐਪੀਸੋਡ 'ਚ ਵੀ ਕੀਤੀ ਸੀ,
ਵੀ ਜਿਸ ਤਰ੍ਹਾਂ ਜਦੋਂ ਬੱਚਾ ਪਹਿਲੀ 'ਚ ਪੜ੍ਹਨ ਲੱਗਦਾ, ਹੂੰ ਉਹਨੂੰ ਐਮਏ ਬਾਰੇ ਸਿਰਫ ਨਾਂ ਹੀ ਸੁਣਿਆ ਹੁੰਦਾ ਮਾਸਟਰਾਂ ਕੋਲੋਂ, ਵੀ ਮਾਸਟਰ ਸਾਡਾ ਐਮਏ ਪੜ੍ਹਿਆ ਹੋਇਆ। ਹੂੰ ਲੇਕਿਨ ਜਦੋਂ ਉਹ ਪੜ੍ਹਦਾ 16 ਸਾਲ ਲਾ ਕੇ ਉੱਥੇ ਪਹੁੰਚ ਜਾਂਦਾ, ਹੂੰ ਉਸ ਲੈਵਲ ਤੇ ਆ ਜਾਂਦਾ ਕਿ ਉਹਨੂੰ ਪਤਾ ਲੱਗ ਜਾਂਦਾ ਵੀ ਐਮਏ ਪੜ੍ਹੇ ਦੀ ਜਿਹੜੀ ਡਿਗਰੀ ਆ ਹੂੰ ਉਹਦਾ ਕਿੰਨਾ ਕੁ ਸਤਿਕਾਰ ਹੈ। ਹੂੰ। ਬੱਚੇ ਨੂੰ ਨਹੀਂ ਪਤਾ ਹੁੰਦਾ। ਹੂੰ ਇਵੇਂ ਜਦੋਂ ਸਿੱਖ ਪਹਿਲਾਂ ਸੰਗਤ 'ਚ ਆਉਣ ਲੱਗਦਾ, ਹੂੰ ਪਹਿਲੀ ਸਟੇਜ ਹੁੰਦੀ ਆ ਉਹਦੀ ਨਮਸਕਾਰ ਗੁਰੂ ਨੂੰ, ਹੂੰ ਸਤਿਕਾਰ ਨਾ ਕਰਨੀ। ਨਮਸਕਾਰ ਤੋਂ ਬਾਅਦ ਹੁੰਦਾ ਗੁਰਬਾਣੀ ਨੂੰ ਸੁਣਨਾ, ਹੂੰ ਚਾਹੇ ਪਾਠ ਹੈ, ਚਾਹੇ ਕੀਰਤਨ ਹੈ, ਚਾਹੇ ਕਥਾ ਹੈ, ਚਾਹੇ ਦਰਬਾਰ 'ਚ ਜੋ ਵੀ ਚੱਲ ਰਿਹਾ ਹੈ, ਉਹਨੂੰ ਸੁਣਨਾ ਤੇ ਇਹ ਮੰਨ ਕੇ ਸੁਣਨਾ ਵੀ ਇਹ ਮੇਰੇ ਭਲੇ ਵਾਸਤੇ ਹੈ। ਹੂੰ ਸੁਣਨ ਤੋਂ ਬਾਅਦ ਫਿਰ ਕੋਸ਼ਿਸ਼ ਕਰਨੀ ਵੀ ਉਹਨੂੰ ਥੋੜਾ ਥੋੜਾ ਆਪਣੇ ਮਨ ਨਾਲ, ਆਪਣੀ ਬੁੱਧ ਨਾਲ ਵਿਚਾਰ ਕਰਨ ਲੱਗਣਾ ਵੀ ਆਹ ਗੱਲ ਮੈਨੂੰ ਸਮਝ ਪੈ ਗਈ, ਚੱਲ ਮੈਂ ਇੰਨਾ ਕਿ ਅੱਜ ਕਦਮ ਪੁੱਟਾ। ਜਦੋਂ ਇੱਕ ਬੱਚਾ 2 ਦੂਣੀ 4, ਉਹ 10 ਤੱਕ ਪਹਾੜਾ ਜਾਣਦਾ, ਦੂਜੀ ਜਮਾਤ ਵਾਲਾ, ਤੇ 5ਵੀਂ ਵਾਲਾ ਜਿਹੜਾ ਹੈਗਾ ਉਹ 16 15 ਤੱਕ ਚਲੇ ਜਾਂਦਾ, 7ਵੀਂ 8ਵੀਂ ਵਾਲਾ 20 ਤੱਕ ਚਲਾ ਜਾਂਦਾ, ਉਹ 20 ਦੂਣੇ 40 ਤੱਕ ਪਹੁੰਚ ਜਾਂਦਾ। ਇਵੇਂ ਹੌਲੀ ਹੌਲੀ ਜਿੱਦਾਂ ਇੱਕ ਇੱਕ ਪੈਰ ਪੌੜੇ ਚੜ੍ਹਦੇ ਹਾਂ ਆਪਾਂ, ਪੌੜੀ ਤੇ ਉੱਪਰ ਚੜ੍ਹ ਜਾਂਦੇ ਹਾਂ। ਇਵੇਂ ਇੱਥੇ ਲਗਾਤਾਰ ਅਸੀਂ ਸੰਗਤ ਵਿੱਚ ਆਈ ਜਾਈਏ। ਹਾਂ, ਕਈ ਕਹਿੰਦੇ ਜੀ ਅਸੀਂ ਰੋਜ਼ ਗੁਰਦੁਆਰੇ ਜਾ ਨਹੀਂ ਸਕਦੇ। ਅੱਜ ਕੱਲ੍ਹ ਸਾਡੇ ਕੋਲ ਸਾਧਨ ਬਹੁਤ ਆ, ਸਾਡੇ ਕੋਲ ਇੰਟਰਨੈਟ ਆ, ਅੱਜ ਕੱਲ੍ਹ ਤਾਂ ਬਹੁਤ ਸਾਧਨ ਆ ਸਾਰਾ ਕੁਝ। ਸਾਡੇ ਕੋਲ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਇੰਟਰਨੈਟ ਤੇ ਹੈਗੇ ਨੇ, ਗੁਰਬਾਣੀ ਦਾ ਪਾਠ ਇੰਟਰਨੈਟ ਤੇ ਹੈਗਾ, ਐਸੀਆਂ ਵੈਬਸਾਈਟਾਂ ਹੈਗੀਆਂ ਜਿਨ੍ਹਾਂ ਵਿੱਚੋਂ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹਾਂ। ਕਿਉਂਕਿ ਗਿਆਨ ਪ੍ਰਾਪਤ ਕਰਨ ਦੀ ਭੁੱਖ ਹੋਣੀ ਚਾਹੀਦੀ ਹੈ। ਹਾਂ, ਭੁੱਖ ਲੱਗਣੀ ਜਿਹੜੀ ਹੈ ਨਾ, ਇਹ ਵੱਡੀ ਨਿਸ਼ਾਨੀ ਹੈ। ਹਾਂ, ਜਿਹਨੂੰ ਭੁੱਖ ਲੱਗ ਗਈ, ਅਗਰ ਤੁਸੀਂ ਭੁੱਖ ਲੱਗੀ ਤੇ ਪ੍ਰਸ਼ਾਦਾ ਛਕੋ ਤਾਂ ਆਨੰਦ ਹੋ ਰਿਹਾ, ਆਨੰਦ ਹੋ ਰਿਹਾ। ਤੇ ਜੇ ਅਸੀਂ ਕਹੀਏ ਵੀ ਸਾਨੂੰ ਤਾਂ ਜੀ ਕੋਈ ਗੱਲ ਨਹੀਂ ਜੀ, ਐਵੇਂ ਹੀ ਹੁੰਦਾ ਜੀ, ਕਰਮਾਂ 'ਚ ਹੈ ਨਹੀਂ। ਦੇਖੋ, ਕਰਮ ਆਪਣੇ ਕ੍ਰੀਏਟ ਕਰਨੇ ਪੈਂਦੇ ਆ। ਜੇ ਭਾਈ ਲਹਿਣਾ ਜੀ ਵੀ ਕਹੀ ਜਾਂਦੇ ਵੀ ਮੇਰੇ ਤੇ ਕਰਮਾਂ 'ਚ ਦੇਵੀ ਦੀ ਪੂਜਾ ਹੀ ਆ, ਕਦੇ ਗੁਰੂ ਅੰਗਦ ਸਾਹਿਬ ਨਾ ਬਣਦੇ। ਕਿਉਂਕਿ ਉਹਨਾਂ ਨੇ ਆਪਣਾ ਕਰਮ ਵੀ, ਧਰਮ ਵੀ, ਜਪ ਵੀ, ਸਤ ਵੀ, ਸਾਰਾ ਕੁਝ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ 'ਚ ਢੇਰੀ ਕਰਤਾ ਵੀ ਸੱਚੇ ਪਾਤਸ਼ਾਹ ਮੈਂ ਸਭ ਕੁਝ ਛੱਡਿਆ, ਹੁਣ ਤੁਸੀਂ ਦੱਸੋ ਮੈਂ ਕੀ ਕਰਾਂ। ਜਦੋਂ ਉੱਥੇ ਆ ਗਏ ਫਿਰ ਗੁਰੂ ਬਾਬਾ ਜੀ ਨੇ ਕਿਹਾ ਵੀ ਆਹ ਕਰ, ਉਹ ਕਰੀ ਗਏ, ਕਰਦੇ ਉਹ ਗੁਰੂ ਨੂੰ ਪ੍ਰਵਾਨ ਚੜ੍ਹ ਗਏ, ਪੁੱਤ ਪਿੱਛੇ ਰਹਿ ਗਏ, ਸੇਵਕ ਅੱਗੇ ਲੱਗ ਗਿਆ। ਸੋ ਅਸੀਂ ਵੀ ਜਦੋਂ ਸਾਨੂੰ ਗੁਰਬਾਣੀ ਕਹਿੰਦੀ ਆ ਕਿ ਗੁਰੂ ਦੀ ਗੱਲ ਮੰਨ, ਅਸੀਂ ਕਹਿੰਦੇ ਜੀ ਵਿਆਹ ਵੇਲੇ ਜੀ ਹੁਣ ਤੇ ਗਿਆਨ ਦੀਆਂ ਗੱਲਾਂ ਨਾ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤਾਂ ਬੈਨੇ ਅੱਧਾ ਘੰਟਾ, ਹਾਲ 'ਚ ਅਸੀਂ 6 ਘੰਟੇ ਨਹੀਂ ਉੱਠਦੇ। ਪਰ ਇੱਕ ਮੈਂ ਤੁਹਾਡੇ ਨਾਲ ਇਹ ਖਿਮਾ ਮੰਗ ਕੇ ਗੱਲ ਸਾਂਝੀ ਕਰਾਂ ਵੀ ਜਦੋਂ ਸਾਡੇ ਘਰ 'ਚ ਕੋਈ ਪੰਗਾ ਪੈ ਜਾਵੇ, ਨਹੁੰ ਕਹੇ ਨਾ ਲੱਗੇ ਜਾਂ ਪੁੱਤਰ ਕਹਿਣਾ ਨਾ ਮੰਨੇ, ਤੇ ਅਸੀਂ ਫਿਰ ਗੁਰਦੁਆਰੇ ਹੀ ਆਉਂਦੇ। ਅਸੀਂ ਉਹ ਗਾਉਣ ਵਾਲੇ ਜਾਂ ਗਾਉਣ ਵਾਲੀ ਕੋਲ ਤਾਂ ਨਹੀਂ ਜਾਂਦੇ ਵੀ ਸਾਡੇ ਘਰ ਪੌੜਾ ਪਿਆ ਕੇ ਸਹੀ ਕਰ, ਤੇਰੇ ਕੋਲ ਤਾਂ 6 ਘੰਟੇ ਬੈਠੇ ਰਹੇ ਅਸੀਂ। ਜਾਂਦਾ ਕੋਈ? ਨਹੀਂ ਜਾਂਦੇ। ਉਹ ਐਸਾ ਸਤਿਗੁਰ ਜਿਹੜਾ ਫਿਰ ਵੀ ਸਾਡੀ ਬਾਂਹ ਫੜਦਾ ਜਦੋਂ ਅਸੀਂ ਫਸੇ ਹੋਏ ਹੁੰਦੇ ਆ ਕੇ ਉਹਦੇ ਅੱਗੇ ਮਿੰਨਤਾਂ ਕਰਦੇ ਹਾਂ, ਅਰਦਾਸਾਂ ਕਰਦੇ ਹਾਂ ਜਾਂ ਕਰਾਉਣੇ। ਹਾਲਾਂਕਿ ਅਰਦਾਸ ਕਰਨ ਦਾ ਹੁਕਮ ਹੈ, ਕਰਾਉਣ ਦਾ ਨਹੀਂ। ਪਰ ਜਦੋਂ ਉਹਦੇ ਚਰਨੀ ਆ ਜਾਂਦੇ ਆ, ਉਹ ਫੇਰ ਸਾਡੀ ਜਿੱਦਾਂ ਕਹਿੰਦੇ ਡੁੱਬਦਿਆਂ ਨੂੰ ਬਾਂਹ ਫੜ ਲੈਂਦਾ। ਔਰ ਬਾਂਹ ਵੀ ਇਹੋ ਜਿਹੇ ਵੇਲੇ ਫੜਦਾ ਹੈ ਜੋ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਕਿ ਬੂਡਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਉਹ ਏਦਾਂ ਹੁੰਦਾ ਵੀ ਬੰਦਾ ਡੁੱਬਣ ਲੱਗਾ ਸੀ, ਮੂੰਹ 'ਚ ਪਾਣੀ ਪੈ ਚੱਲਿਆ ਸੀ, ਇੱਕਦਮ ਬੇੜੀ ਵਾਲਾ ਆ ਗਿਆ, ਉਹਨੇ ਬਾਂਹ ਫੜ ਕੇ ਬਾਹਰ ਕੱਢ ਲਿਆ। ਇਸੇ ਤਰ੍ਹਾਂ ਦੀਵਾ ਤੇਲ ਮੁੱਕ ਗਿਆ, ਉਹਦੀ ਪੱਕ ਪੱਕ ਦੀ ਆਵਾਜ਼ ਆਉਂਦੀ ਹੈ, ਬਿਲਕੁਲ ਹੁਣ ਡੁੱਬਣ ਹੀ ਲੱਗਾ, ਇੱਕਦਮ ਚੱਕਿਆ ਕਿਸੇ ਨੇ ਤੇਲ ਪਾ ਦਿੱਤਾ। ਗੁਰੂ ਇਸ ਤਰ੍ਹਾਂ ਵੀ ਸਾਡੀ ਬਾਂਹ ਫੜ ਲੈਂਦਾ। ਪਰ ਅਸੀਂ ਕੀ ਕਰਦੇ ਹਾਂ ਵੀ ਉਹ ਸਮਾਂ ਲੰਘ ਗਿਆ, ਫੇਰ ਭੁੱਲ ਜਾਂਦੇ ਹਾਂ। ਪਰ ਉਹ ਤੜਪ ਪੈਦਾ ਹੋਵੇ ਤਾਂ ਗੱਲ ਬਣੂ ਨਾ। ਤੜਪ ਪੈਦਾ ਕਰਨ ਲਈ ਗੁਰੂ ਦੇ ਸ਼ਰਣੀ ਆਉਣਾ, ਸੇਵਾ ਕਰਨੀ, ਸੰਗਤ ਬਹੁਤ ਜ਼ਰੂਰੀ ਆ। ਹਾਂ, ਪਰ ਮੈਂ ਤਾਂ ਇੱਥੇ ਤੱਕ ਵੀ ਸੋਚਦਾ ਵੀ ਜਦੋਂ ਨਾ ਸੰਗਤ ਵਿੱਚ ਆਉਣ ਲਈ ਵੀ ਤੜਪ ਬਣਾਉਣੀ ਪੈਂਦੀ ਹੈ। ਜੇ ਤੜਪ ਵਿੱਚ ਪੈਦਾ ਹੋਈ ਹੋਵੇ ਤਾਂ ਸੰਗਤ ਵਿੱਚ ਆ ਹੁੰਦਾ, ਥੋੜਾ ਜਿਹਾ ਹੱਠ ਵੀ ਕਰਨਾ ਪੈਂਦਾ। ਹਾਂ, ਨਹੀਂ ਤਾਂ ਹੱਠ ਜਿਹੜਾ ਨਾ, ਹੁਣ ਅਸੀਂ ਅਰਦਾਸ ਕਹਿੰਦੇ ਹੱਠੀਆਂ ਜੱਪੀਆਂ ਤਪੀਆਂ ਦੀ ਗੱਲ ਕਰਦੇ ਆ। ਜੇ ਹੱਠ ਨਾ ਕਰੇ ਤੇ ਮਨ ਤਾਂ ਕਦੇ ਵੀ ਨਹੀਂ ਕਹਿੰਦਾ ਅੰਦਰ ਜਾ ਕੇ ਕੀਰਤਨ, ਉਹ ਤਾਂ ਕਹਿੰਦਾ ਲੰਗਰ 'ਚ ਬਹਿ ਪਕੌੜੇ ਖਾਈ ਜਾ, ਗੱਲਾਂ ਕਰੀ ਜਾ, ਇੱਥੋਂ ਹੀ ਉੱਠ ਕੇ ਚਲਾ ਜਾ, ਲੰਗਰ ਛਕ ਕੇ ਘਰ ਨੂੰ ਚਲਾ ਜਾ। ਬਹੁਤ ਸਾਰੇ ਹੱਠ ਕਰਨਾ ਪੈਂਦਾ ਵੀ ਨਹੀਂ ਮੈਂ ਇਹ ਲੰਗਰ ਦੇ ਵਿੱਚ ਪ੍ਰਸ਼ਾਦ ਛਕਣਾ, ਠੀਕ ਹੈ, ਸਰੀਰ ਦੀ ਲੋੜ ਹੈ ਛਕਣਾ, ਲੰਗਰ ਕਿਹਦੇ ਵਾਸਤੇ? ਸਾਡੇ ਲਈ ਹੈ, ਗੁਰੂ ਕੀ ਸੰਗਤਾਂ ਲਈ ਬਣਦਾ। ਪਰ ਮੈਨੂੰ ਮੇਰੇ ਆਤਮਾ ਦੀ ਖੁਰਾਕ ਵਾਸਤੇ ਸ਼ਬਦ ਰੂਪ ਭੋਜਨ, ਜਿਹਨੂੰ ਸਤਿਗੁਰੂ ਜੀ ਨੇ ਖੰਡ ਕੀਰਤਨ ਤਨ ਭੋਜਨ ਚੂਰਾ, ਉਹ ਕੀਰਤਨ ਤੋਂ ਭਾਵ ਕੀਰਤੀ ਹੈ। ਹੁਣ ਜੇ ਇਕੱਲਾ ਬੰਦਾ ਕਹੇ ਜੀ ਮੈਂ ਕੀਰਤਨ ਨਹੀਂ ਕਰ ਸਕਦਾ, ਕੀਰਤਨ ਬਿਨਾਂ ਸਾਜ਼ਾਂ ਤੋਂ ਵੀ ਹੁੰਦਾ। ਜਦੋਂ ਸਾਡੀ ਆਤਮਾ ਉਹਦੇ ਨੰਗ 'ਚ ਰੰਗੀ ਜਾਂਦੀ ਹੈ ਨਾ, ਸਾਡੇ ਅੰਦਰ ਅਨਹਦ ਨਾਦ ਵੱਜਦਾ, ਅੰਦਰ ਹੀ ਕੀਰਤਨ ਹੋਣਾ, ਅੰਦਰ ਹੀ ਕੀਰਤਨ ਹੋਣਾ। ਫਿਰ ਜਦੋਂ ਬਾਣੀ ਸੁਣਦਾ ਵੀ ਪਹਿਲਾਂ ਨਮਸਕਾਰ ਕਰਕੇ ਬਾਣੀ ਸੁਣਨੀ, ਦੂਜੀ ਸਟੇਜ, ਤੀਜੀ ਬਾਣੀ ਪੜ੍ਹਨ ਲੱਗਣਾ, ਚੌਥੀ ਸਟੇਜ 'ਤੇ ਆ ਕੇ ਬਾਣੀ ਨੂੰ ਸਮਝਣ ਲੱਗਣਾ, ਤੇ ਪੰਜਵੀਂ 'ਤੇ ਆ ਕੇ ਬਾਣੀ ਨੂੰ ਗਾਉਣ ਲੱਗ ਜਾਣਾ। ਵੀ ਕੋਈ ਵੀ ਤੁਕ ਜਿਹੜੀ ਆ ਮਨ ਵਿੱਚ ਆ ਗਈ,
ਉਹ ਘੁੰਮਦੀ ਰਹਿਣੀ ਮਨ ਵਿੱਚ, ਕੰਮ ਤੇ ਵੀ ਬਾਹਰ ਵੀ। ਉਹ ਅਵਸਥਾ 'ਚ ਜਾ ਕੇ ਨਾ ਜਿਹੜੀ ਆ ਸਾਚੇ ਨਾਮ ਕੀ ਲੱਗੈ ਭੂਖ, ਉਤ ਭੁੱਖੈ ਖਾਏ ਚੱਲੀ, ਉੱਥੇ ਜਾ ਕੇ ਆ, ਪਹਿਲੇ ਟਾਈਮ ਤੋਂ ਨਹੀਂ। ਜਦੋਂ ਜਾ ਕੇ ਉਹ ਨੇੜੇ ਪਹੁੰਚਣ ਲੱਗਦਾ ਫਿਰ ਭੁੱਖ ਹੋਰ ਵੱਧਦੀ ਹੈ, ਫਿਰ ਹੋਰ ਅੱਗੇ ਨੂੰ ਜਾਂਦਾ, ਫਿਰ ਉਹ ਕਹਿੰਦਾ ਗਾਹਾਂ ਕੂਤਰਾਂਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿੱਝ ਵੇਹਾ ਵਾਰ ਬੌੜਨਾ ਉਹ ਵੀ ਜਨਮੜਾ। ਫਿਰ ਪਾਤਸ਼ਾਹ ਜੀ ਆ ਰਹਿਮਤ ਕਰਦੇ ਆ, ਕਹਿੰਦੇ ਹੁਣ ਚੱਲ ਅੱਗੇ ਪੁੱਤਰ, ਪਿੱਛੇ ਵੇਖ ਨਾ ਦੇਖ, ਅੱਗੇ ਚੱਲ, ਮੇਰਾ ਘਰ ਅੱਗੇ ਆ, ਤੂੰ ਮੇਰਾ ਬਣਨਾ। ਫਿਰ ਉੱਥੇ ਜਾ ਕੇ ਨਾ ਉਹਦਾ ਫਿਰ ਸਭ ਕੁਝ ਖਤਮ ਹੋ ਜਾਂਦਾ। ਉਹ ਇਹ ਨਹੀਂ ਕਹਿੰਦਾ ਪਾਤਸ਼ਾਹ ਮੈਂ ਪਾਠ ਕੀਤਾ ਕਿ ਮੈਂ ਕਰਨਾ, ਅਸੀਂ ਤੇ ਥੋੜੀ ਜਿਹੀ ਬਾਣੀ ਪੜ੍ਹ ਕੇ ਨਾ ਜਣਾਉਣ ਲੱਗ ਪਏ ਨੇ, ਬਾਬਾ ਜੀ ਮੈਂ ਜਪਜੀ ਪੜ੍ਹੀ, ਬਾਬਾ ਜੀ ਮੈਂ ਜਾਪ ਸਾਹਿਬ ਪੜ੍ਹੇ, ਬਾਬਾ ਜੀ। ਇੱਥੇ ਵੀ ਮੈਂ ਆਪ ਜੀ ਨਾਲ ਥੋੜ੍ਹੇ ਵਿਚਾਰ ਕਰਕੇ, ਤੁਹਾਨੂੰ ਕਾਫੀ ਗਿਆਨ ਇਹਦੇ ਬਾਰੇ। ਕਈ ਵਾਰੀ ਨਾ ਸਾਡੇ ਹੀ ਬੰਦੇ ਜਿਹੜੇ ਆ ਇਸ ਤਰੀਕੇ ਨਾਲ ਕਰਨ ਲੱਗ ਪੈਂਦੇ ਆ, ਜੇ ਤੁਸੀਂ 101 ਆਹ ਪਾਠ ਕਰੋ, ਤੁਸੀਂ 250 ਆਹ ਪਾਠ ਕਰੋ, ਤੁਸੀਂ 40 ਦਿਨ ਆਹ ਪਾਠ ਕਰੋ, ਤੁਸੀਂ 25 ਦਿਨ ਆਹ ਪਾਠ ਕਰੋ, ਤੇ ਤਾਂ ਇਹ ਗੁਰਬਾਣੀ ਦੇ ਵਿੱਚ ਇਹਦੇ ਬਾਰੇ ਕੋਈ ਇੱਦਾਂ ਦੀ ਲਿਖਿਆ ਵੀ ਤੂੰ ਆਹ ਪਾਸ ਇੰਨੇ ਕਰੋਗੇ ਤਾਂ ਗੱਲ ਬਣੂਗੀ। ਤਾਂ ਜਿਹੜਾ ਜ਼ਿਆਦਾ ਹੀ ਪਾਠ ਕਰਦਾ ਆ ਉਹ ਜ਼ਿਆਦਾ ਤਰ ਜਾਂਦਾ, ਜੋ ਅੱਗੇ ਨਾ ਜਾਂਦਾ। ਕੀ ਇਹਦੇ ਬਾਰੇ ਗੁਰਬਾਣੀ ਕਹਿੰਦੀ ਆ? ਗੁਰਬਾਣੀ ਨੇ ਸਪਸ਼ਟ ਹੁਕਮ ਕੀਤਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਔਰ ਆਇਓ ਸੁਣਨ ਪੜਨ ਕੋ ਬਾਣੀ। ਅੱਜ ਸਾਡੀ ਸੰਸਾਰ ਤੇ ਆਉਣ ਦੀ ਡਿਊਟੀ ਆ ਵੀ ਬਾਣੀ ਸੁਣਨੀ ਤੇ ਪੜ੍ਹਨੀ। ਉੱਥੇ ਕਿਤੇ ਨਹੀਂ ਲਿਖਿਆ ਆਹ ਪਾਠ ਇੰਨਾ ਕਰਨਾ, ਉੱਥੇ ਕਿਤੇ ਨਹੀਂ ਲਿਖਿਆ। ਹੁਣ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸ਼ਬਦ ਨਹੀਂ ਹੈਗੇ ਆ ਜਿਹਨਾਂ ਦਾ ਨਾਂ ਦੁੱਖ ਭੰਜਣੀ ਸਾਹਿਬ ਰੱਖ ਲਿਆ। ਉਹ ਇੱਕ ਵਪਾਰੀ ਤਬਕੇ ਨੇ ਕੁਝ ਸ਼ਬਦ ਇਕੱਠੇ ਕਰਕੇ ਗੁਟਕਾ ਬਣਾ ਲਿਆ। ਇਹਦਾ ਮਤਲਬ ਵੀ ਉਨੇ ਕੁ ਸ਼ਬਦ ਦੁੱਖ ਭੰਜਣੀ ਤੇ ਬਾਕੀ ਜਿਹੜੇ ਹੈਗੇ ਆ ਉਹ ਗਲਤ ਹੋ ਗਏ, ਬਾਕੀ ਦੁੱਖ ਦੇਣ ਵਾਲੇ ਹੋ ਗਏ। ਇਸੇ ਤਰ੍ਹਾਂ ਸਤਿਗੁਰੂ ਨੇ ਬਾਣੀ ਉਚਾਰੀ ਸੀ ਸੁਖਮਨੀ, ਤੇ ਇਹਨਾਂ ਵਪਾਰੀਆਂ ਨੇ ਇੱਕ ਸੁਖਮਨਾ ਸਾਹਿਬ ਬਣਾਤਾ ਚੁੱਕ ਕੇ। ਅਸੀਂ ਵਪਾਰੀਆਂ ਦੇ ਮਗਰ ਜਾਂਦੇ ਆ, ਲੇਕਿਨ ਗੁਰੂ ਦੇ ਮਗਰ ਨਹੀਂ ਜਾਂਦੇ। ਜਿਸ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨਮਸਕਾਰ ਕਰਦੇ ਆ, ਅਸੀਂ ਕਹਿੰਦੇ ਉਹਦੇ ਪੁੱਤ, ਤੇ ਪੁੱਤ ਤਾਂ ਪਿਓ ਦੇ ਆਖੇ ਲੱਗਦਾ ਹੁੰਦਾ ਨਾ, ਪਰ ਆਖੇ ਉਨੇ ਕੁ ਲੱਗਦੇ ਜਿੰਨੇ ਸੁੱਖਾਂ ਵਾਲਾ ਕੰਮ ਹੋਵੇ। ਨਹੀਂ ਪਰ ਤੇ ਜਦੋਂ ਸਿਰ ਦੁਖੇ ਫਿਰ ਦੁੱਖ ਭੰਜਣੀ ਪੜ੍ਹ ਲਓ। ਨਹੀਂ ਜੇ ਉਹ ਦੁੱਖ ਸਮਝਣਾ, ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਸ਼ਮੀਰ ਤੋਂ ਕਾਗਜ਼ ਮੰਗਾ ਸਕਦੇ ਆ, ਪੁਰਾਤਨ ਬੀੜਾਂ ਵਿੱਚ ਸ਼ਾਹੀ ਬਣਾਉਣ ਦੀ ਵਿਧੀ ਲਿਖੀ ਹੋਈ ਹੈ, ਜੇ ਉਹ ਸ਼ਾਹੀ ਤਿਆਰ ਕਰਾ ਕੇ ਭਾਈ ਗੁਰਦਾਸ ਜੀ ਦੇ ਨਾਲ ਹੋਰ ਵੀ ਲਿਖਾਰੀ ਸਨ ਜਿਹੜੇ ਉਹਨਾਂ ਦੀ ਮਦਦ ਕਰਦੇ ਸੀ, ਮੁੱਖ ਲਿਖਾਰੀ ਭਾਈ ਸਾਹਿਬ ਸਨ। ਸੋ ਉਹਨਾਂ ਕੋਲ ਨਾ ਕਾਗਜ਼ ਦੀ ਘਾਟ ਸੀ, ਨਾ ਸ਼ਾਹੀ ਦੀ ਘਾਟ ਸੀ। ਆ ਜਿਹੜੀ ਸੰਪਟ ਪਾਠ ਵਾਲੀ ਗੱਲ ਆ, ਗੁਰੂ ਨੇ ਕੋਈ ਸੰਪਟ ਦੀ ਗੱਲ ਨਹੀਂ ਕੀਤੀ। ਇਹਦਾ ਮਤਲਬ ਅਸੀਂ ਭਾਈ ਗੁਰਦਾਸ ਜੀ ਤੋਂ ਤੇ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਤੋਂ ਆਪਣੇ ਆਪ ਨੂੰ ਵੱਡਾ ਸ਼ੋਅ ਕਰਦੇ ਆ। ਉਹੀ ਮੈਂ ਜਿੱਦਾਂ ਆਪਾਂ ਪਹਿਲੇ ਐਪੀਸੋਡ 'ਚ ਗੱਲ ਕੀਤੀ ਸੀ, ਜਦੋਂ ਤੁਸੀਂ ਜਾਂ ਸਾਧੂ ਸੰਤ ਮਹਾਤਮਾ ਜਿਹੜੇ ਆ ਨਾ, ਉਹ ਭਾਵੇਂ ਆਪਣੀ ਗੁਰਬਾਣੀ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਰੱਖਦੇ ਆ, ਭਾਵੇਂ ਉਹਨਾਂ ਨੇ ਅੰਮ੍ਰਿਤ ਵੀ ਪਾਨ ਕੀਤਾ ਹੁੰਦਾ, ਕਈਆਂ ਨੇ ਆਪੋ ਆਪਣੇ ਜੱਥੇ ਦੇ ਤਰੀਕੇ ਦੇ ਨਾਲ, ਜਿੱਦਾਂ ਕਹਿੰਦੇ ਸਾਡੇ ਜੱਥੇ ਤੋਂ ਛਕੋ, ਸਾਡੇ ਤੋਂ ਛਕੋ, ਪਰ ਜਦੋਂ ਉਹ ਆਪਣੀ ਮਰਿਆਦਾ ਵਿੱਚ ਪਾਉਂਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਸ਼ਬਦ ਆ, ਜਿੰਨੀਆਂ ਤੁਕਾਂ ਆ, ਚਾਹੇ ਉਹ ਕਿਸੇ ਭਗਤ ਦੇ ਮੁਖ ਤੋਂ ਉਚਾਰੇ ਗਏ, ਕਿਸੇ ਗੁਰੂ ਸਾਹਿਬ ਦੇ ਮੁਖ ਤੋਂ ਉਚਾਰੇ ਗਏ, ਕਿਸੇ ਗੁਰਸਿੱਖ ਦੇ ਮੁਖ ਤੋਂ ਉਚਾਰੇ ਗਏ, ਉਹ ਧੁਰ ਕੀ ਬਾਣੀ ਆ, ਤੇ ਸਾਰੀ ਦੀ ਸਾਰੀ ਬਰਾਬਰ ਆ। ਬਿਲਕੁਲ। ਤੇ ਜੇ ਅਸੀਂ ਉਦੋਂ ਕਹੀਏ ਵੀ ਆਹ ਬਾਣੀ ਪੜ੍ਹ ਲਈਏ, ਵੀ ਹੁਣ ਮੈਨੂੰ ਸੁੱਖ ਚਾਹੀਦੇ ਤੇ ਆਹ ਬਾਣੀ ਪੜ੍ਹ ਲਓ, ਹੁਣ ਮੈਂ ਬਿਮਾਰ ਹੋ ਗਿਆ ਤੇ ਹੁਣ ਆਹ ਬਾਣੀ ਪੜ੍ਹ ਲਓ, ਹੁਣ ਆਹ ਬਾਣੀ ਪੜ੍ਹ ਲਓ, ਤੇ ਬਾਕੀ ਦੀ ਬਾਣੀ ਜਿਹੜੀ ਆ ਉਹ ਕੌਣ ਪੜੂਗਾ? ਉਹ ਤੋਂ ਬਜ਼ਾਰ ਅਸੀਂ ਅਸਲ ਵਿੱਚ ਗੱਲ ਆ, ਚਲੋ ਸੁਖਮਨੀ ਸਾਹਿਬ ਪੜ੍ਹ ਲਿਆ, ਸਿਰਫ ਸੁੱਖਾਂ ਵਾਸਤੇ ਪੜ੍ਹ ਲਿਆ, ਦੁੱਖ ਭੰਜੀ ਪੜ੍ਹ, ਜੋ ਦੁੱਖ ਆ ਜੇ ਦੁੱਖ ਭੰਜੀ ਪੜ੍ਹ ਲਿਆ, ਜਾਂ ਦੂਸਰਾ ਜਿਹੜਾ ਤੁਸੀਂ ਆ ਸੰਪਟ ਪੜ੍ਹ। ਪਰ ਇਹ ਸਾਰੇ ਦੇ ਸਾਰੇ ਦਾ ਮਤਲਬ ਤਾਂ ਇਹ ਆ ਵੀ ਜਦੋਂ ਦੁੱਖ ਸੁੱਖ ਦੀ ਲੋੜ ਆ ਉਦੋਂ ਆਪਾਂ ਵਰਤ ਲਿਆ, ਪਰ ਜੀਵਨ ਦਾ ਮਨੋਰਥ ਤਾਂ ਹੈਗਾ ਵੀ ਭਵ ਸਾਗਰ ਤੋਂ ਪਾਰ ਜਾਣਾ। ਬਿਲਕੁਲ ਮਕਸਦ ਮੈਂ ਹੁਣ ਸੁੱਖਾਂ ਤਾਂ ਇੰਜੋਏ ਕਰ ਲਿਆ, ਪਰ ਉਹ ਮੇਰਾ ਜੀਵਨ ਦਾ ਮਨੋਰਥ ਤਾਂ ਪੂਰਾ ਨਹੀਂ ਨਾ ਹੋਇਆ। ਜੀਵਨ ਦਾ ਮਨੋਰਥ ਤਾਂ ਤਤੀ ਤਵੀ ਤੇ ਬਹਿ ਕੇ ਵੀ ਹੋਇਆ, ਪੂਰਾ ਚਮਕੌਰ ਦੀ ਗੜੀ 'ਚ ਵੀ ਹੋਇਆ, ਆਰੇ ਤੇ ਨਾਲ ਚੀਰ ਕੇ ਵੀ ਹੋਇਆ, ਦੇਗ ਵਿੱਚ ਬਹਿ ਕੇ ਵੀ ਹੋਇਆ। ਜੀਵਨ ਦਾ ਮਨੋਰਥ ਜਿਹੜਾ ਪੂਰਾ ਹੋਇਆ ਸਰਹੰਦੀ ਦੀਵਾਰ। ਪਰ ਜੇ ਅਸੀਂ ਸੋਖੇ ਹੀ ਮੰਗਦੇ ਰਹੇ ਤੇ ਸੋਖੇ ਹੀ ਲੱਭਦੇ ਰਹੇ, ਤੇ ਗੱਦੇ ਵੀ ਸੋਹਣੇ ਹੋ ਗਏ, ਕਾਰਾਂ ਵੀ ਵੱਡੀਆਂ ਹੋ ਗਈਆਂ, ਆਪਣੇ ਮਕਾਨ ਵੀ ਵੱਡੇ ਵੱਡੇ ਹੋ ਗਏ, ਸਲੂਟ ਵੀ ਪੈਣ ਲੱਗ ਪਏ, ਪਰ ਜੀਵਨ ਦਾ ਮਨੋਰਥ ਤਾਂ ਪੂਰਾ ਨਹੀਂ ਹੋਇਆ। ਜੀਵਨ ਦਾ ਮਨੋਰਥ ਤਾਂ ਉਹਨਾਂ ਨੇ ਪੂਰਾ ਕਰ ਲਿਆ ਜਿਹੜੀ ਤਤੀ ਤਵੀ ਤੇ ਬੈਠ ਕੇ ਗਏ ਆ, ਉਹਨਾਂ ਨੇ ਪੂਰਾ ਕਰ ਲਿਆ ਜਿਹੜੇ ਉਬਲਦੀਆਂ ਦੇਗਾਂ ਵਿੱਚ ਬੈਠੇ ਆ। ਸਾਡਾ ਨਿਸ਼ਾਨਾ ਜਿਹੜਾ ਹੈ ਨਾ, ਨਿਸ਼ਾਨਾ ਸਿਰਫ ਉੱਥੇ ਤੱਕ ਜਾਣਾ ਚਾਹੀਦਾ
ਮੰਜ਼ਿਲ ਜਿਹੜੀ ਆ ਉੱਥੇ ਤੱਕ ਹਮੇਸ਼ਾ ਮਰਨ ਤੋਂ ਤੱਕ ਵੀ ਹਮੇਸ਼ਾ ਉੱਥੇ ਤੱਕ ਜਾਣੀ ਚਾਹੀਦੀ ਆ ਕਿ ਸਾਡਾ ਮਨੋਰਥ ਆ ਅਸੀਂ ਰੱਬ ਨੂੰ ਮਿਲਣਾ, ਉਹਦੇ ਵਿੱਚੋਂ ਆਏ ਉਹਦੇ ਵਿੱਚ ਭੇਦ ਹੋਣਾ। ਅਤੇ ਜਿਹੜੇ ਦੁਨੀਆ ਦੇ ਸੁੱਖ ਹੈਗੇ ਆ ਜਿਹੜੇ ਹੁਣ ਪੁੜੀਆਂ ਦਿੰਦੇ ਆ, ਜਾਦੂ ਟੂਣਾ ਦਿੰਦੇ ਆ, ਤਾਗੇ ਦਿੰਦੇ ਆ, ਉਹ ਸਾਰੇ ਦੇ ਸਾਰੇ ਸਾਡੇ ਪੈਰਾਂ ਦੇ ਵਿੱਚ ਕੰਡੇ ਪਾਉਣ ਵਾਲੀ ਗੱਲ ਹੀ ਆ। ਅਤੇ ਸਾਨੂੰ ਦੁੱਖ ਦੇ ਵਿੱਚ ਵੀ ਅਤੇ ਸੁੱਖ ਵਿੱਚ ਵੀ ਉਹਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ, ਕਿਉਂਕਿ ਦੁੱਖ ਜਿਹੜਾ ਦੁੱਖ ਦਾਰੂ ਸੁੱਖ ਰੋਗ ਸੁੱਖ, ਸਾਨੂੰ ਸੁੱਖਾਂ ਦੇ ਵਿੱਚ ਆ ਕੇ ਉਹ ਵਿਸਰ ਜਾਂਦਾ ਆ, ਉਹ ਤੋਂ ਵਿਸਰ ਜਾਂਦੇ ਆ। ਪਰ ਜੇ ਸੁੱਖ ਵੀ ਆ ਤੇ ਦੁੱਖ ਵੀ ਸਾਰੇ ਉਹਦੇ ਦਿੱਤੇ ਆ, ਉਹਦੇ ਬਣਾਏ ਆ, ਪਰ ਉਹ ਦੁੱਖ ਤੇ ਸੁੱਖ ਸਾਨੂੰ ਸਾਡੇ ਕਰਮਾਂ ਕਰਕੇ ਮਿਲੇ ਆ। ਜਿੱਦਾਂ ਦੇ ਅਸੀਂ ਕਰਮ ਕੀਤੇ ਉਹਦੇ ਹਿਸਾਬ ਦੇ ਨਾਲ ਉਹ ਸਾਨੂੰ ਸਾਰਾ ਮਿਲਿਆ। ਉਹ ਐਵੇਂ ਨਹੀਂ ਕਿ ਵੀ ਜਿਹਨੂੰ ਮਰਜ਼ੀ ਦੁੱਖ ਦੇਤਾ ਜਿਹਨੂੰ ਮਰਜ਼ੀ ਸੁੱਖ ਦਿੱਤਾ, ਇੱਦਾਂ ਨਹੀਂ ਗਾ। ਨਾਲੇ ਬੜੀ ਸਿੰਪਲ ਜੀ ਗੱਲ ਹੈ ਵੀ ਜਿੱਦਾਂ ਠੰਡ ਤੋਂ ਬਾਅਦ ਗਰਮੀ ਚੰਗੀ ਲੱਗਦੀ ਹੈ, ਹਾਂ, ਗਰਮੀ ਬਾਅਦ ਠੰਡ ਚੰਗੀ ਲੱਗਦੀ ਹੈ, ਇਵੇਂ ਸਤਿਗੁਰੂ ਗੁਰੂ ਅੰਗਦ ਕਦੀ ਵੀ ਇੱਕ ਚੀਜ਼ ਜਿਹੜੀ ਆ ਉਹ ਠੀਕ ਨਹੀਂ ਰਹਿੰਦੀ। ਉਹ ਸਰੀਰ ਬਿਮਾਰ, ਜਿੱਥੇ ਹੁਣ ਜ਼ਿਆਦਾ ਠੰਡ ਰਹਿੰਦੀ ਆ, ਉਹਨਾਂ ਨੇ ਰਸ਼ੀਆ ਵਾਲਿਆਂ ਨੇ ਕੀਤਾ ਵੀ ਬੱਚਿਆਂ ਦੇ ਵਾਸਤੇ ਉਹਨਾਂ ਨੇ ਟੈਂਪਰੇਰੀ ਉਹ ਬਣਾਈਆਂ ਹੋਈਆਂ ਨੇ ਨਕਲੀ ਹੀਟ ਦੇਣ ਵਾਲੀਆਂ, ਬੱਚਿਆਂ ਨੂੰ ਉੱਥੇ ਲਿਜਾਂਦੇ ਤਾਂ ਕਿ ਉਹਨਾਂ ਨੂੰ ਗਰਮੀ ਦਿੱਤੀ ਜਾਵੇ ਸਰੀਰ ਨੂੰ। ਉਹ ਲੋਕ ਤਰਸਦੇ ਗਰਮੀ ਨੂੰ। ਸੋ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਦੁੱਖ ਸੁੱਖ ਦੀ ਪਰਿਭਾਸ਼ਾ ਬਰਾਬਰ ਕੀਤੀ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੈ ਕਿ ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਆਂ ਸੁੱਖ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਉਹ ਕਹਿੰਦੇ ਕੱਪੜੇ ਜਿਵੇਂ ਠੰਡੇ ਪਾਉਣੇ ਆ ਗਰਮੀਆਂ 'ਚ ਤੇ ਮੋਟੇ ਪਾਉਣੇ ਆ ਸਿਆਲਾਂ 'ਚ। ਜਿੱਦਾਂ ਹੁਣ ਜਦੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਆ, ਜਿਹਨਾਂ ਤੇ ਗੁਰੂ ਦੀ ਬਖਸ਼ਿਸ਼ ਹੋਈ ਆ, ਉਹਨਾਂ ਦਾ ਜੀਵਨ ਪੜ੍ਹ ਕੇ ਦੇਖੀਏ ਜਾਂ ਗੁਰਬਾਣੀ ਨੂੰ ਥੋੜ੍ਹੀ ਸਮਝ ਕੇ ਦੇਖੀਏ। ਇੱਕ ਬੰਦੇ ਆ ਜਿਹੜੇ ਧੁੱਪ ਦੇ ਵਿੱਚ ਵੀ ਬੈਠੇ ਆ, ਗਲ 'ਚ ਕੱਪੜੇ ਵੀ ਹੈ ਨੇਗੇ, ਪੇਟ ਦੇ ਵਿੱਚ ਰੋਟੀ ਵੀ ਨਹੀਂ ਗੀ, ਪਰ ਉਹ ਸ਼ਾਂਤ ਬੈਠੇ ਆ, ਸ਼ੁਕਰ 'ਚ ਵਸਦੇ, ਉਹ ਸ਼ਾਂਤ ਬੈਠੇ ਆ। ਦੂਏ ਬੰਦਾ ਆ, ਉਹਦੇ ਕੋਲ ਸਾਰੀਆਂ ਦੁਨੀਆ ਦੀਆਂ ਖੁਸ਼ੀਆਂ ਹੈਗੀਆਂ, ਬੜੇ ਬੜੀਆਂ ਕੋਠੀਆਂ, ਬਾਹਰ ਸੰਤਰੀ ਬੈਠੇ ਆ, ਕਾਰਾਂ ਖੜੀਆਂ, ਲਾਲ ਬੱਤੀ ਵਾਲੀਆਂ, ਸਾਰਾ ਕੁਝ ਹੈਗਾ, ਪਰ ਜਿਹੜੇ ਅੰਦਰ 'ਚ ਬੈਠਾ ਉਹ ਬੰਦਾ ਕੜਪੀ ਜਾਂਦਾ, ਉਹ ਅੰਦਰੋਂ ਦੀ ਤੜਫੀ ਜਾ ਰਿਹਾ। ਸ਼ਾਂਤੀ ਵਾਲੀ ਗੱਲ ਹੀ ਕੋਈ ਨਹੀਂ, ਦਿਮਾਗੀ ਤੌਰ ਤੇ ਪਰੇਸ਼ਾਨ ਆ, ਦਿਲ ਜਿਹੜਾ ਆ ਉਹ ਨਹੀਂ ਟਿਕਦਾ ਪਿਆ, ਗੋਲੀਆਂ ਖਾ ਕੇ ਸੌਂਦਾ। ਹਾਂ, ਗੋਲੀਆਂ ਖਾ ਕੇ ਸੌਂਦਾ, ਨੀਂਦ ਨਹੀਂ ਆਉਂਦੀ। ਉੱਥੇ ਮੈਂ ਕਈ ਵਾਰੀ ਇਹ ਵਿਚਾਰ ਸਾਂਝੇ ਕਰਦਾ ਨਾ, ਬੜੀ ਸਾਖੀ ਚੱਲਦੀ ਆਮ ਤੌਰ 'ਤੇ ਗੱਲਾਂ ਦੇ ਵਿੱਚ। ਇੱਕ ਰਾਜਾ ਸੀਗਾ, ਬੜਾ ਤਕੜਾ ਯੋਧਾ ਸੂਰਮਾ ਸੀ। ਉਹਨੇ ਆਪਣੀ ਮਾਂ ਦੇ ਨਾਲ ਵਾਅਦਾ ਕੀਤਾ, ਮਾਂ ਮੈਂ ਇੱਕ ਦਿਨ ਸਾਰੀ ਦੁਨੀਆ ਨੂੰ ਜਿੱਤਣਾ। ਅਤੇ ਜਿੱਤਣ ਤੁਰ ਪਿਆ, ਇੱਕ ਮੁਲਕ ਜਿੱਤਿਆ, ਦੂਸਰਾ ਜਿੱਤਿਆ, ਤੀਸਰਾ ਜਿੱਤਿਆ, ਚੌਥਾ ਜਿੱਤਿਆ, ਕਾਫੀ ਸਾਰੇ ਮੁਲਕ ਜਿੱਤੇ, ਤਕੜਾ ਰਾਜਾ ਬਣ ਗਿਆ। ਇੱਕ ਸਮੁੰਦਰ ਆਇਆ, ਸਮੁੰਦਰ ਨੂੰ ਪਾਰ ਕਰ ਰਿਹਾ ਉਹ, ਅਤੇ ਕੀ ਦੇਖਦਾ, ਇੱਕ ਨਾਗਾ ਸਾਧ ਬੈਠਾ ਉੱਥੇ ਰੇਤਾ ਦੇ ਵਿੱਚ ਮਸਤ। ਉਹ ਕਹਿੰਦਾ ਇਹ ਮੇਰੇ ਮੁਲਕ ਦੇ ਵਿੱਚ, ਮੇਰੇ ਰਾਜ ਦੇ ਵਿੱਚ ਇਹ ਨੰਗਾ ਹੀ ਬੈਠਾ, ਵੀ ਇਹਨੂੰ ਥੋੜ੍ਹਾ ਕੱਪੜੇ ਕੁਪੜੇ ਦਈਏ, ਇਹਨੂੰ ਕੋਈ ਖਰਾ ਰੋਟੀ ਰਾਟੀ ਖਾਧੀ ਆ, ਇਹਨੂੰ ਕੋਈ ਜਾਂ ਨਹੀਂ ਦਿੱਤੀ, ਇਹਦਾ ਕੋਈ ਦੇਖੀਏ। ਉਹਦੇ ਕੋਲ ਗਿਆ ਅਤੇ ਉਹਨੂੰ ਰਾਜੇ ਨੇ ਪੁੱਛਿਆ ਵੀ ਤੂੰ ਇੱਥੇ ਕਿੱਥੇ ਬੈਠਾ? ਜੀ ਮੈਂ ਬੈਠਾ ਜੀ ਉੱਦਾਂ ਹੀ ਆਨੰਦ ਲੈ ਰਿਹਾ। ਅਤੇ ਰਾਜੇ ਨੂੰ ਉਹਨੇ ਪੁੱਛਿਆ ਵੀ ਤੂੰ ਕਿੱਧਰ ਤੁਰਿਆ ਫਿਰਦਾ? ਤੂੰ ਤਾਂ ਰਾਜਾ ਹੈ, ਤੂੰ ਇੱਥੇ ਹੀ ਕਰਦਾ ਫਿਰਦਾ ਰੇਤਾ ਵਿੱਚ ਸਮੁੰਦਰ? ਮੈਂ ਤਾਂ ਮੇਰਾ ਚਲੋ ਛੱਡੋ ਜਿਹੜੀ ਗੱਲ ਹੈ, ਤੂੰ ਇੱਥੇ ਕਰਦਾ। ਕਹਿੰਦਾ ਜੀ ਮੈਂ ਫਲਾਣਾ ਮੁਲਕ ਜਿੱਤ ਕੇ ਆਇਆ। ਤੂੰ ਕਹਿੰਦਾ ਫੇਰ ਕੀ ਕੀਤਾ? ਕਹਿੰਦਾ ਮੈਂ ਫਲਾਣਾ ਜਿੱਤਿਆ। ਕਹਿੰਦਾ ਹੁਣ ਕਿੱਥੇ ਚੱਲਾਂ? ਕਹਿੰਦਾ ਹੁਣ ਆਹ ਨਾਲ ਦਾ ਜਿਹੜਾ ਮੁਲਕ ਹੈ ਜਿੱਤੂਗਾ। ਕਹਿੰਦਾ ਜੀ ਜਿੱਤ ਲੂੰਗਾ। ਫੇਰ ਕੀ ਕਰੇਗਾ? ਕਹਿੰਦਾ ਮੈਂ ਉਹ ਜਿਹੜਾ ਨਾਲ ਦਾ ਉਹ ਜਿੱਤੂਗਾ। ਕਹਿੰਦਾ ਫੇਰ ਕੀ ਕਰੇਗਾ? ਕਹਿੰਦਾ ਜਿਹੜਾ ਪਰਲਾ ਆ ਉਹ ਮੈਂ ਕਹਿੰਦਾ ਹੱਥ ਰੱਖ ਥੋੜ੍ਹੀ ਬਹਿਣਾ, ਮੈਂ ਸੂਰਮਾ ਹੈ, ਯੋਧਾ ਹੈ, ਮੈਂ ਸਾਰੀ ਦੁਨੀਆ ਜਿੱਤੂੰਗਾ। ਕਹਿੰਦਾ ਫੇਰ ਸਾਰੀ ਦੁਨੀਆ ਜਿੱਤ ਕੇ ਫੇਰ ਕੀ ਕਰੇਗਾ? ਉਹ ਹੈਰਾਨ ਵੀ ਮੁੜ ਕੇ ਫੇਰ ਕਹੀ ਜਾਂਦਾ, ਫਿਰ ਕੀ ਕਰੇਗਾ? ਕਹਿੰਦਾ ਫੇਰ ਮੈਂ ਆਰਾਮ ਨਾਲ ਆਪਣੀ ਮਾਂ ਦੇ ਕੋਲ ਜਾ ਕੇ ਬੈਠੂੰਗਾ। ਉਹਨੇ ਮਾਰਿਆ ਮੱਥੇ ਦੇ ਹੱਥ ਉਹਦੇ ਸਾਹਮਣੇ ਰਾਜੇ ਦੇ। ਕਹਿੰਦਾ ਇੰਨੀ ਦੁਨੀਆ ਬਰਬਾਦ ਕਰਕੇ, ਇੰਨੇ ਬੱਚੇ ਭੈਣਾਂ ਮਾਵਾਂ ਨੂੰ ਮਾਰ ਕੇ ਮਰਵਾ ਕੇ ਵਿਧਵਾ ਕਰਕੇ, ਫੇਰ ਤੂੰ ਜਾ ਕੇ ਆਪਣੀ ਮਾਂ ਦੀ ਗੋਦ ਦੇ ਵਿੱਚ ਬੈਠੇਂਗਾ? ਕਹਿੰਦਾ ਆ ਇੱਥੇ ਮੇਰੇ ਨਾਲ ਬੈਠ। ਕਹਿੰਦਾ ਮੈਂ ਮਾਂ ਦੀ ਗੋਦ 'ਚ ਆਨੰਦ 'ਚ ਬੈਠਾ, ਕੁਦਰਤੀ ਗੋਦ 'ਚ। ਅਤੇ ਤੂੰ ਕਿੱਥੇ ਜਾ ਕੇ ਕਿੰਨੇ ਜੱਬ ਪਾ ਕੇ ਬੈਠੇਂਗਾ? ਅਤੇ ਨਾਲ ਹੀ ਉਹਨੂੰ ਕਹਿੰਦਾ ਇਹ ਤੈਨੂੰ ਨਸੀਬ ਨਹੀਂ ਹੋਣਾ, ਇਹ ਤੈਨੂੰ ਨਸੀਬ ਨਹੀਂ ਹੋਣਾ, ਭਾਵੇਂ ਤੂੰ ਜੋ ਮਰਜ਼ੀ ਕਰ ਲਾ।
ਉਹ ਉਹੀ ਗੱਲ ਹੋਈ, 2 ਮੁਲਕ ਜਿੱਤੇ ਤੇ ਉੱਥੇ ਉਹਦੀ ਮੌਤ ਹੋ ਗਈ, ਮਾਂ ਦੀ ਗੋਦ 'ਚ ਜਾ ਕੇ ਜਾ ਹੀ ਨਹੀਂ ਨਹੀਂ ਸਕਿਆ। ਤੇ ਉਹ ਨਾਗਾ ਸਾਧੂ ਦੇਖੋ, ਭੁੱਖਾ ਨਾਗਾ ਉੱਥੇ ਬੈਠਾ, ਸਰੀਰ ਤੇ ਕੱਪੜੇ ਵੀ ਨਹੀਂ, ਪਰ ਉਹ ਆਨੰਦ ਲੈ ਰਿਹਾ। ਜਿਨ੍ਹਾਂ ਦੀ ਉਹਦੇ ਨਾਲ ਜੁੜ ਗਈ ਉਹਨਾਂ ਨਾਲ ਆਨੰਦ ਮਿਲਦਾ। ਬਾਬਾ ਜੀ ਨੇ ਨਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਕੀ ਵਾਰ 'ਚ ਬਚਨ ਕੀਤਾ ਵੀ ਰੱਬ ਦੇ ਪਿਆਰਾਂ ਦੀ ਨਿਸ਼ਾਨੀ ਕੀ ਹੈ। ਕਹਿੰਦੇ ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਸੱਚੇ ਨਾ ਉਹ ਤੋਂ ਬਿਨਾਂ ਪਰਵਾਹ ਨਹੀਂ ਕਰਦੇ ਕਿਸੇ। ਛੋਟੀ ਜੀ 1 ਮਿੰਟ ਦੀ ਮੈਂ ਤੁਹਾਡੇ ਨਾਲ ਮਿਸਾਲ ਸਾਂਝੀ ਕਰਾਂ ਵੀ ਸਿਕੰਦਰ ਦੁਨੀਆ ਨੂੰ ਜਿੱਤਣ ਤੁਰਿਆ, ਉਹਦੇ ਨਾਲ ਉਹਦਾ ਮਹਾਨ ਫਿਲਾਸਫਰ ਗੁਰੂ ਸੀ ਪਲੇਟੋ। ਉਹਨੂੰ ਪਤਾ ਲੱਗਿਆ ਵੀ ਹਿੰਦੁਸਤਾਨ 'ਚ ਐਸੇ ਰੱਬ ਦੇ ਪਿਆਰੇ ਨੇ ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ। ਹੁਣ ਪਤਾ ਕੀਤਾ ਤੇ ਕਿਸੇ ਜਗ੍ਹਾ ਤੇ ਕੋਈ ਬੈਠੇ ਸੀ, ਉਹਨਾਂ ਨੂੰ ਜਾ ਕੇ ਸੁਨੇਹਾ ਭੇਜਿਆ ਵੀ ਸਿਕੰਦਰ ਆਇਆ, ਮਿਲਣ ਜਾਓ। ਕਹਿੰਦੇ ਅਸੀਂ ਨਹੀਂ ਆਉਣਾ, ਅਸੀਂ ਕੀ ਜਾਣਦੇ ਕੌਣ ਹੈ। ਅਖੀਰ ਸਿਕੰਦਰ ਨੂੰ ਉਹਦੇ ਗੁਰੂ ਨੇ ਸਮਝਾਇਆ ਵੀ ਉਹਨਾਂ ਕੋਲ ਆਪ ਚੱਲ ਕੇ ਜਾਈਦਾ। ਕਹਿੰਦਾ ਮੈਂ ਇੰਨਾ ਵੱਡਾ ਜੇਤੂ, ਕਹਿੰਦੇ ਉਹਨਾਂ ਨੂੰ ਕੋਈ ਪਰਵਾਹ ਨਹੀਂ, ਉਹ ਮਨ ਦੇ ਜੇਤੂ ਨੇ, ਉਹਨਾਂ ਆਪਣਾ ਮਨ ਜਿੱਤ ਲਿਆ। ਜਦੋਂ ਗਿਆ ਤੇ ਉਹਨੇ ਜਾ ਕੇ ਆਲੇ ਦੁਆਲੇ ਅਮੀਰ ਵਜ਼ੀਰ ਖੜੇ ਹੋਏ ਤੇ ਉਹ ਕਹਿੰਦੇ ਵੀ ਕਿਉਂ ਆਏ ਹੋ। ਕਹਿੰਦੇ ਵੀ ਸਿਕੰਦਰ ਆਇਆ, ਕੁਝ ਮੰਗੋ। ਕਹਿੰਦੇ ਇਹ ਕੀ ਦੇਣ ਜੋਗਾ, ਇਹ ਤਾਂ ਆਪ ਮੰਗਤਾ, ਇਹ ਤੇ ਐਡੀ ਦੂਰੋਂ ਤੁਰਿਆ ਆਇਆ ਇੱਥੇ, ਇਹਨੂੰ ਰੋਟੀ ਨਹੀਂ ਸੀ ਮਿਲਦੀ ਉੱਥੇ। ਕਹਿੰਦਾ ਫਿਰ ਵੀ, ਕਹਿੰਦੇ ਚੰਗਾ ਪਰਾਂ ਹੋ, ਸਰਦੀਆਂ ਦਿਨ ਧੁੱਪ ਆਉਣ ਦੇ, ਰੱਬ ਦੀ ਜਿਹੜੀ ਦਾਤ ਆ ਨਾ, ਸੂਰਜ ਦੀ ਧੁੱਪ ਆ ਰਹੀ, ਉਹ ਰੋਕ ਕੇ ਕਿਉਂ ਖਲੋਵਾਂ, ਜਾਂ ਪਰਾਂ ਜਾ ਇੱਥੋਂ। ਜ਼ੋਰ ਲਾ ਕੇ ਉਹਨੇ ਮਤਲਬ ਪੁੱਛਿਆ, ਬੜਾ ਮਿੰਨਤਾਂ ਕੀਤੀਆਂ, ਕੁਛ ਨਹੀਂ ਚਾਹੀਦਾ। ਕਹਿੰਦੇ ਕੁਦਰਤ ਦੀ ਗੋਦ ਵਿੱਚ ਬੈਠੇ ਆ, ਕੁਦਰਤ ਦਾ ਆਨੰਦ ਸਾਨੂੰ ਵੀ ਪਾਤਸ਼ਾਹ ਦਾ ਹੁਕਮ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਆ ਤੁਹਾਨੂੰ ਦੀ ਗੱਲ ਦੇ ਵਿੱਚ ਮੈਨੂੰ ਯਾਦ ਆ ਗਿਆ, ਜਦੋਂ ਭਾਵੇਂ ਸਾਡੇ ਕੋਲ ਦਾਤਾਂ ਆਈਆਂ, ਪਰ ਸਾਡੀਆਂ ਖਾਹਿਸ਼ਾਂ ਮੁੱਕਦੀਆਂ ਨਹੀਂ ਗਿਆ। ਅਸੀਂ ਇੱਕ ਚੀਜ਼ ਲੈ ਲਈ, ਫਿਰ ਦੂਸਰੀ ਦੀ ਆ ਜਾਂਦੀ, ਫਿਰ ਤੀਸਰੀ ਆ ਜਾਂਦੀ, ਚੌਥੀ ਆ ਜਾਂਦੀ ਹੈ, ਪੰਜਵੀਂ ਦੀ ਆ ਜਾਂਦੀ, ਤੁਰੀਆਂ ਰਹਿੰਦੀਆਂ। ਪਰ ਜਦੋਂ ਅਸੀਂ ਤੁਰੀ ਜਾਈਏ, ਰੱਬ ਕੋਲੋਂ ਆਹ ਮੰਗ ਲਿਆ ਉਹ ਵੀ ਸਾਨੂੰ ਦਿੱਤਾ, ਰੱਬ ਕੋਲ ਦੁਆ ਮੰਗ ਲਿਆ ਉਹ ਵੀ ਸਾਨੂੰ ਦਿੱਤਾ, ਰੱਬ ਕੋਲੋਂ ਆਹ ਮੰਗਿਆ ਸਾਨੂੰ ਦਿੱਤਾ। ਪਰ ਜਦੋਂ ਸਾਡੇ ਵਿੱਚ ਇਹ ਖਾਹਿਸ਼ ਆ ਕਿ ਮੈਂ ਤੈਨੂੰ ਮਿਲਣਾ, ਬਸ ਬਾਜਾਂ ਮਾਰੀਆਂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਇੱਕ ਦਿਨ ਸਾਡੇ ਸਾਹਮਣੇ ਆ ਕੇ ਖੜਾ ਹੋ ਗਿਆ ਵਾਹਿਗੁਰੂ ਜੀ, ਕਹਿੰਦਾ ਦੱਸ ਪੁੱਤਰਾ ਕੀ ਕਰਨਾ, ਬੜੀਆਂ ਬਾਜਾਂ ਮਾਰੀਆਂ, ਤੂੰ ਦੱਸ ਕੀ ਚਾਹੀਦਾ। ਉਦੋਂ ਕੁਛ ਨਹੀਂ ਸੋਚਦਾ, ਉਦੋਂ ਸਾਰੀਆਂ ਖਾਹਿਸ਼ਾਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ, ਉਦੋਂ ਫਿਰ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ। ਸਿਰਫ ਉਹਦੀ ਰੋਸ਼ਨੀ ਇੰਨੀ ਹੁੰਦੀ ਆ, ਉਹਦੀ ਤਾਕਤ ਇੰਨੀ ਹੁੰਦੀ ਆ ਕਿ ਸਾਰੀਆਂ ਭੁੱਖਾਂ ਮਿਟ ਜਾਂਦੀਆਂ। ਸਭੇ ਥੋਕ ਪ੍ਰਾਪਤ, ਔਰ ਮੰਗਾ ਉਨੀ ਦੇਰ ਹੀ ਆ ਜਿੰਨੀ ਦੇਰ ਉਹ ਮਿਲਦਾ ਨਹੀਂ। ਸਭੇ ਥੋਕ ਪ੍ਰਾਪਤ, ਜੇ ਆਵੇ ਇੱਕ ਹੱਥ। ਹਾਂ, ਇੱਕ ਆ ਗਿਆ ਨਾ, ਫਿਰ ਜਨਮ ਪਦਾਰਥ ਸਫਲ ਹੈ, ਗੁਰ ਕਾ ਸ਼ਬਦ ਕਥ। ਮਤਲਬ ਮੰਗਾ ਸਾਡੀਆਂ ਉਨੀ ਦੇਰ ਹੀ ਆ ਜਿੰਨੀ ਦੇਰ ਮਿਲਦਾ ਨਹੀਂ। ਜਦੋਂ ਮਿਲ ਗਿਆ ਫਿਰ ਖਤਮ। ਜਦੋਂ ਮਿਲ ਜਾ ਉੱਥੇ ਮੰਗ ਵਾਲੀ ਗੱਲ ਹੀ ਨਹੀਂ ਆਉਂਦੀ ਮੂੰਹ 'ਚ, ਕਿਉਂਕਿ ਜਿੰਨੇ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਜਾਂ ਜਿਹੜੇ ਭਗਤ ਇਦੂ ਬਾਹਰੇ ਵੀ ਹੋਏ ਆ, ਜਿਨ੍ਹਾਂ ਨੇ ਰੱਬ ਦੀ ਭਗਤੀ ਕੀਤੀ ਆ ਤੇ ਉਹਨਾਂ ਨੇ ਰੱਬ ਨੂੰ ਪਾਇਆ। ਕਿਤੇ ਵੀ ਇੱਦਾਂ ਦੀ ਮਿਸਾਲ ਨਹੀਂ ਮਿਲਦੀ ਵੀ ਰੱਬ ਨੂੰ ਮਿਲ ਕੇ ਕਿਸੇ ਨੇ ਕੁਛ ਮੰਗਿਆ ਹੋਵੇ। ਤੇ ਜਿਹੜੇ ਮੰਗਤੇ ਰਹੇ ਆ ਉਹ ਇੱਥੇ ਹੀ ਰਹਿ ਗਏ, ਉਹ ਮਿਲੇ ਨਹੀਂ, ਉਹ ਮੰਗਤੇ ਹੀ ਰਹਿ ਗਏ। ਕਿਉਂਕਿ ਆਪਾਂ ਕਈ ਹਿੰਦੂ ਫਿਲਾਸਫੀ ਦੇ ਵਿੱਚ ਕਈ ਦੇਵੀ ਦੇਵਤਿਆਂ ਦੀਆਂ ਗੱਲਾਂ ਸੁਣਦੇ ਹਾਂ, ਉਹਨੇ ਬੜੀ ਭਗਤੀ ਕੀਤੀ, ਉਹਨੇ ਬੜੇ ਜਗ ਕੀਤੇ ਤੇ ਆਹ ਮੰਗ ਲੈ ਲਈ, ਆਹ ਮੰਗ ਲਈ। ਉਹ ਜਿਹੜੇ ਮੰਗ ਲੈ ਲਈ ਉਹ ਸੰਸਾਰ ਜੋਗੇ ਰਹਿ ਗਏ, ਨਿਰੰਕਾਰ ਜੋਗੇ ਨਾ ਬਣੇ, ਨਿਰੰਕਾਰ ਜੋਗੇ ਨਾ ਬਣੇ। ਤੇ ਜਿਨ੍ਹਾਂ ਨੇ ਨਿਰੰਕਾਰ ਨੂੰ ਮੰਗ ਲਿਆ ਉਹਨਾਂ ਦੀ ਮੰਗ ਖਤਮ ਹੋ ਜਾਂਦੀ ਹੈ। ਤੇ ਇੱਥੇ ਤੱਕ ਤੁਸੀਂ ਦੇਖਿਆ ਵੀ ਇੱਦਾਂ ਦੇ ਹੋਇਆ ਵੀ ਕਾਲ ਆਪਣੇ ਪਾਵੇ ਨਾ ਬੰਨ੍ਹ ਲਿਆ, ਮੌਤ ਆਊਗੀ ਨਹੀਂ, ਔਰ ਉਹਦੀ ਸ਼ਰਤਾਂ ਵੀ ਸਾਰੀਆਂ ਕਰ ਲਈਆਂ, ਕਿਸੇ ਤਰੀਕੇ ਨਾਲ ਆਵੇ ਹੀ ਨਾ, ਫਿਰ ਆ ਗਈ। ਪਰ ਜੇ ਕਿਤੇ ਸਾਰਾ ਕੁਝ ਛੱਡ ਕੇ ਉਹਨੂੰ ਮੰਗਿਆ ਹੁੰਦਾ ਤੇ ਕਦੀ ਮੌਤ ਆਉਣੀ ਹੀ ਨਹੀਂ ਸੀ। ਜਨਮ ਮਰਨਾ ਹੀ ਮੁੱਕ ਜਾ ਖਤਮ। ਬਾਬਾ ਜੀ ਦਾ ਫੈਸਲਾ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚੱਲੈ, ਮਿਲੈ ਕਿਰਪਾ ਗੁਣ। ਬਸ ਆਹੀ ਗੱਲ, ਬਸ ਉਹਦਾ ਨਾਮ ਮੰਗਿਆ। ਕਹਿੰਦੇ ਤੇਰਾ ਨਾਮ ਜਪਦੇ ਤੂੰ ਹੀ ਤੂੰ, ਤੂੰ ਹੀ ਤੂੰ ਕਰਦੇ, ਤੂੰ ਵਿੱਚ ਸਮਾ ਜਾਈਏ। ਬਸ ਇਹੀ ਮੰਗੀਏ, ਸਾਰੇ ਹੀ ਮੰਗੀਏ, ਤਾਂ ਕਿ ਸਾਡਾ ਜਨਮ ਸਫਲਾ ਹੋਵੇ, ਸਾਡੇ ਜੀਵਨ ਦੇ ਸਵਾਸ ਸਫਲੇ ਹੋਣ। ਆ ਕੱਲ੍ਹ ਦੀ ਤੁਸੀਂ ਘਟਨਾ ਸੁਣੀ ਆ ਵੀ ਗੁਰੂ ਕਾ ਕੀਰਤਨ ਕਰਦਾ ਕਰਦਾ ਗੁਰੂ ਚਰਨਾਂ ਜਾ ਵਰਾਜਿਆ। ਇਸ ਤੋਂ ਵੱਡੀ ਚੰਗੇ ਭਾਗ ਕੀ ਹੋ ਸਕਦੇ? ਅਸਲ ਵਿੱਚ ਸਾਧ ਸੰਗਤ ਜੀ ਗੱਲ ਇਹੀ ਆ ਕਿ ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਸਾਡੀਆਂ ਸੰਸਾਰਕ ਲੋੜਾਂ ਬਹੁਤ ਆ। ਸੰਸਾਰਕ ਲੋੜਾਂ ਦੇ ਤੌਰ 'ਤੇ ਅਸੀਂ ਅਕਾਲ ਪੁਰਖ ਤੋਂ ਨਹੀਂ ਮੰਗਣਾ ਤੇ ਹੋਰ ਮੰਗਣਾ ਕਿਹਦੇ ਕੋਲ ਆ। ਪਰ ਇਹ ਨਹੀਂ ਭੁੱਲਣਾ ਚਾਹੀਦਾ ਸਾਨੂੰ, ਇਹ ਸਾਡੀ ਮੰਗ ਜਿਹੜੀ ਆ ਇਹ ਆਖਰੀ ਮੰਗ ਨਹੀਂ। ਸਾਡੀ ਅਸਲੀ ਮੰਗ ਤਾਂ ਇਹੀ ਆ ਕਿ ਸਾਨੂੰ ਆਪਣੇ ਵਿੱਚ ਮਿਲਾ ਲਾ, ਸਾਡਾ ਜੀਵਨ ਜਿਹੜਾ ਸਫਲਾ ਕਰ ਦੇ।
ਇਹ ਸਿਰਫ ਥੋੜੀ ਦੇਰ ਵਾਸਤੇ ਛੋਟੀ ਛੋਟੀਆਂ ਮੰਗਾਂ ਆ, ਇਹਨਾਂ ਦੇ ਵਿੱਚ ਉਲਝ ਕੇ ਹੀ ਸਾਨੂੰ ਨਹੀਂ ਰਹਿ ਜਾਣਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ ਆ। ਵਾਹਿਗੁਰੂ ਸਾਡੇ ਸਾਰਿਆਂ 'ਤੇ ਕਿਰਪਾ ਕਰੇ, ਮਿਹਰ ਕਰੇ। ਤੁਸੀਂ ਸਾਡੇ ਲਈ ਵੀ ਅਰਦਾਸ ਕਰੋ, ਹੌਲੀ 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 ਗੁਰੂ ਮਹਾਰਾਜ ਕਰੇ ਆਪਾਂ ਸਾਰੇ ਉਹ ਤੋਂ ਵਿਛੜੇ ਹਾਂ ਅਤੇ ਉਹਦੇ ਵਿੱਚ ਜਾ ਕੇ ਭੇਦ ਹੋਈਏ। 1-2 ਮਿੰਟ ਵਾਸਤੇ ਆਪਾਂ ਸਿਮਰਨ ਕਰਦੇ ਹਾਂ ਵਾਹਿਗੁਰੂ ਦਾ। ਤੁਸੀਂ ਵੀ ਜਦੋਂ ਵੀ ਸਮਾਂ ਮਿਲੇ ਇਸ ਤਰੀਕੇ ਨਾਲ ਸਿਮਰਨ ਕਰਿਆ ਕਰੋ ਬਹਿ ਕੇ, ਅਤੇ ਇੱਕ ਦਿਨ ਗੁਰੂ ਮਹਾਰਾਜ ਸੁਣ ਲੈਂਦਾ, ਗੁਰੂ ਮਹਾਰਾਜ ਕਿਰਪਾ ਕਰਨ ਦਾ, ਬਖਸ਼ਿਸ਼ ਕਰਨ ਦਾ। ਵਾਹਿਗੁਰੂ 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 ਵਾਹਿਗੁਰੂ। ਤੂੰ ਹੀ ਤੂੰ, 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 ਤੂੰ ਹੀ ਤੂੰ। ਵਾਹਿਗੁਰੂ ਸ਼ੁਕਰ ਹੈ, ਵਾਹਿਗੁਰੂ ਸ਼ੁਕਰ ਹੈ, ਵਾਹਿਗੁਰੂ ਸ਼ੁਕਰ ਹੈ, ਵਾਹਿਗੁਰੂ ਸ਼ੁਕਰ ਹੈ, ਵਾਹਿਗੁਰੂ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।